बिस्मिल्लाहिर्रहमानिर्रहीम अस्सलाम वालेकुम नाइन ब्रदर्स टीवी मुबारक जी ਤੁਹਾਡੀ ਖidmat ਚ ਹਾਜ਼ਰ ਹੈ ਨਾਜ਼ਰੀਨ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਬਸ਼ੀਰ ਅਹਿਮਦ ਖਾਲਦ ਸਾਹਿਬ ਜਰਮਨੀ ਰੋਨਹਾਈਮ ਫਰੈਂਕਫਰਟ ਦੇ ਜੀ ਸਾਡੇ ਨਾਲ ਅੱਜ ਹੋਣਗੇ ਬੜੇ ਅੱਛੇ ਸਾਡੇ ਦੋਸਤ ਮਹਿਮਾਨ ਬਜ਼ੁਰਗ ਔਰ ਇਹਨਾਂ ਨਾਲ ਹੋਈ ਗੱਪਸ਼ਪ ਤੇ ਚੱਲਨੇ ਜਰਮਨੀ। अस्सलाम वालेकुम जी वालेकुम सलाम मान साहब। हाँ जी, की हाल है? आपका प्रोग्राम जो नाइन ब्रदर वाला है वो बड़े शौक से देखते हैं और माशाल्लाह प्रोग्राम बड़ी मशहूरी हो रही है इसकी, लोग बहुत जज़ाकल्लाह। देख रहे हैं बस जी आप दोस्तों की मेहरबानी है जनाब। जी। अच्छा, मैंने कहा कि आप उर्दू में बात करेंगे पंजाबी में? पंजाबी ठीक है, उर्दू अच्छा फिर वो ठीक है। ਅੱਛਾ ਇਹ ਦੱਸੋ ਕਿ ਤੁਸੀਂ 1970 ਦੇ ਜਰਮਨੀ ਤਸ਼ਰੀਫ ਲਿਆਏ ਤੇ जी। ਇਹਦੇ ਤੋਂ ਪਹਿਲੇ ਵੀ ਮੈਨੂੰ ਪਤਾ ਚੱਲਿਆ ਤੁਸੀਂ 3 ਦਫਾ ਜਰਮਨੀ ਆਏ ਤੇ 3 ਦਫਾ ਵਾਪਸ ਗਏ। ਉਹ ਕੀ ਕਹਾਣੀ ਮੁਖਤਸਰ ਜ਼ਰਾ ਦੱਸੋ ਨਾਜ਼ਰੀਨ ਨੂੰ। वो इस तरह के जर्मनी आने का प्रोग्राम बनया जिससे लोग इधर आमदे सन अगू जान वास्ते, किसी मुल्क सैटल होने वास्ते। फिर बसन ते काफी दोस्त आमदे सन पाकिस्तान नू, जी जी अफगानिस्तान नू, ईरान तो फिर एक बस चलदी सी ਉਹ ਜਾਂਦੀ ਸੀ ਡੈਨਮਾਰਕ ਤੋਂ ਰਾਤਾਂ ਰਹਿੰਦੇ ਰਹਿੰਦੇ ਹੋਟਲਾਂ ਵਿੱਚ ਤੇ 10-15 ਦਿਨਾਂ ਵਿੱਚ ਫਰੈਂਕਫਰਟ ਪਹੁੰਚ ਜਾਂਦੇ ਸਨ। ਨਹੀਂ ਤਾਂ ਤੁਸੀਂ 3 ਦਫਾ ਜਰਮਨੀ ਪਹੁੰਚੇ? 3 ਦਫਾ ਮੈਂ ਆਇਆ ਉਸ ਵੇਲੇ ਅਸਾਈਲਮ ਸਿਸਟਮ ਕੋਈ ਨਹੀਂ ਸੀ, ਬਸ ਇਹ ਸੀ ਕਿ ਵੀਜ਼ਾ ਕੋਈ ਨਹੀਂ ਸੀ ਹੁੰਦਾ। ਟੂਰਿਸਟ ਪਾਕਿਸਤਾਨੀ ਇੱਧਰ ਆ ਸਕਦੇ ਸਨ ਜਰਮਨੀ ਜਾਂ ਦੂਸਰੇ ਮੁਲਕਾਂ ਵਿੱਚ, ਤੇ ਜਰਮਨੀ ਵਾਲੇ ਉਧਰ ਜਾ ਸਕਦੇ ਪਾਕਿਸਤਾਨ। ਜਰਮਨੀ ਵਾਲੇ ਤੇ ਹੁਣ ਵੀ ਜਾ ਸਕਦੇ ਨੇ, ਪਾਕਿਸਤਾਨ ਵਾਲੇ ਨਹੀਂ ਆ ਸਕਦੇ। ਪਹਿਲਾਂ ਨਹੀਂ ਸੀ ਜਾ ਸਕਦੇ, ਫਿਰ ਵੀਜ਼ਾ ਸਿਸਟਮ ਰਸਤੇ ਚ ਮੁਲਕ ਜਿਹੜੇ ਸਨ ਉਹ ਵੀ ਫ੍ਰੀ ਟ੍ਰਾਂਜ਼ਿਟ ਵੀਜ਼ਾ ਫ੍ਰੀ ਸੀ, ਜਾ ਸਕਦੇ ਸਾਂ ਬਿਲਕੁਲ। ਫਿਰ ਇੱਥੇ ਪਹੁੰਚੇ 3 ਦਫਾ ਫਿਰ ਥੋੜਾ ਕੰਮ ਕੀਤਾ, ਇੰਜ ਕਿਧਰੇ ਲਾ ਲਿਆ, ਮਸਜਿਦ ਰਹਿ ਗਏ ਉੱਥੇ ਅੱਗੇ ਪਿੱਛੇ ਕਰਕੇ ਤੇ ਫਿਰ ਚਲੇ ਗਏ ਵਾਪਸ। ਫਿਰ ਮੈਂ 3 ਦਫਾ ਹੀ ਛੱਡਤਾ ਜਰਮਨੀ ਦਾ। 3 ਦਫਾ ਹੀ ਬਾਈ ਰੋਡ ਵਾਪਸ ਗਏ। 3 ਦਫਾ ਟਰਾਈ ਕੀਤੀ, ਨਹੀਂ ਹੋ ਸਕਿਆ। ਇਸਤੰਬੁਲ ਤੋਂ ਟਰਾਈ ਕੀਤੀ ਲੰਦਨ ਜਾਣ ਦੀ, तो नहीं बन सकिया, फिर एजेंट ही धोखा दे गया। ਨਹੀਂ ਤੇ ਉਦੋਂ ਤੇ ਪਾਕਿਸਤਾਨ ਦੇ ਹਾਲਾਤ ਬੜੇ ਅੱਛੇ ਸੀ 1970 ਚ, ਤੇ ਉਦੋਂ ਕੀ ਲੋੜ ਪੈ ਗਈ ਪਾਕਿਸਤਾਨ ਛੱਡਣ ਦੀ? बस एक दुनिया सारी बाहर जाने ਦਾ ਬਾਅਦ ਕਿ ਬਾਹਰ ਚਲੀਏ ਉਹ ਸ਼ੌਕ ਸੀ। ਤੋਂ ਸਾਰੀ ਦੁਨੀਆ ਕਾਫੀ ਬੱਸਾਂ ਦੇ ਵਿੱਚ, ਉਹਨਾਂ ਬੱਸਾਂ ਦੇ ਵਿੱਚ ਨਾਲ ਸਾਡੇ ਬਹੁਤ ਹੋਰ ਪਾਕਿਸਤਾਨੀ ਕਿਸੇ ਦੇ ਮੁਲਕ ਦੇ, ਕੋਈ ਕਿਸੇ ਇਲਾਕੇ ਦੇ ਸਨ ਤੇ ਆਮਦੇ ਸਨ ਇੱਧਰੋਂ ਫਿਰ ਸੈੱਟ ਹੋਣੇ ਵਾਸਤੇ। ਜੀ ਜੀ। ਤੇ ਸ਼ਾਇਦ ਸੈੱਟ ਕੋ ਨਹੀਂ ਆਇਆ, ਬਲਕਿ ਇੱਕ ਬੱਸ ਦੇਖੀ ਮੈਂ ਪਾਕਿਸਤਾਨ ਨੂੰ ਸਟੂਡੈਂਟ ਦੀ ਆਈ। ਅੱਛਾ। ਉਹ ਸਟੂਡੈਂਟ ਜਿਹੜੇ ਉਹ ਲੰਦਨ ਦਾਖਲ ਹੋਣੇ ਵਾਸਤੇ ਗਏ ਤੇ ਉੱਥੋਂ ਡੋਵਰ ਤੋਂ ਜਾ ਕੇ ਵਾਪਸ ਹੋ ਗਏ। ਅੱਛਾ, ਤੇ ਉਹਨਾਂ ਨੇ ਇਹ ਦੱਸੋ ਕਿ ਉਦੋਂ ਤੇ ਪਾਕਿਸਤਾਨ ਦੇ ਹਾਲਾਤ ਕਾਫੀ ਬਿਹਤਰ ਸੀ, ਕਾਫੀ ਇੱਜ਼ਤ ਸੀ ਦੁਨੀਆ 'ਚ ਪਾਕਿਸਤਾਨ ਦੀ ਤੇ 70 'ਚ ਤੇ। ਲੇਕਿਨ ਇੱਕ ਰੁਝਾਨ ਸੀ ਕਿ ਲੋਕ ਨਾ ਬਾਹਰ ਜਾਣਾ, ਲੰਦਨ ਜਾਣਾ, ਫਲਾਣਾ ਜਾਣਾ, ਜਿਸਲੇ ਪੈਸੇ ਜ਼ਰਬ ਦੇਣ। ਤੁਸੀਂ ਇੱਕ ਇੰਟਰਵਿਊ ਕਹਿ ਰਹੇ ਸੀ ਜ਼ਰੇ ਮੈਂ ਪਹਿਲਾਂ ਜਿਹੜੇ ਜ਼ਰਬ ਦਿੰਦੇ ਤੇ ਪੈਸੇ ਜ਼ਿਆਦਾ ਬਣਦੇ ਤੇ ਫਿਰ ਹਾਲਾਂਕਿ ਉਸਲੇ ਇਤਨਾ ਰੇਟ ਵੀ ਨਹੀਂ ਸੀ, ਲੇਕਿਨ ਫਿਰ ਵੀ ਲੋਕਾਂ ਨੂੰ ਸ਼ੌਕ ਸੀ ਔਰ ਲੋਕ ਕਹਿੰਦੇ ਬਾਹਰ ਜਾ ਕੇ ਸੈੱਟ ਹੋਈਏ। ਤੇ ਫਿਰ ਉਸ ਲਿਹਾਜ਼ ਨਾਲ ਦੇਖੋ ਨਾਰਵੇ ਤੇ ਡਨਮਾਰਕ ਇਤਨੇ ਪਾਕਿਸਤਾਨੀ ਨੇ, ਬਲਕਿ ਸਾਡੇ ਇਲਾਕੇ ਦੇ ਨਖਾਰੀਆਂ ਦੇ ਤੇ ਬਹੁਤ, ਲੰਦਨ ਬੇਸ਼ੁਮਾਰ ਨੇ, ਸਾਰੀ ਦੁਨੀਆ ਫਿਰ ਬਾਹਰ ਆ ਗਈ। ਮੈਨੂੰ ਇੱਥੇ ਇੱਕ ਵਾਕਿਆ ਯਾਦ ਆ ਗਿਆ ਕਿ ਮੇਰੇ ਇੱਕ ਚਾਚਾ ਜੀ ਨੇ, ਤੇ ਮੈਂ ਉਹਨਾਂ ਨੂੰ ਮੇਰੇ ਚਾਚਾ ਜੀ ਨੂੰ ਮੇਰਾ ਇੱਕ ਦੋਸਤ ਪੁੱਛਦਾ ਕਿ ਤੁਸੀਂ ਅਹਿਮਦੀ ਕਿਉਂ ਹੋਏ ਜੀ। ਉਹ ਕਹਿੰਦੇ ਸਾਰੇ ਹੀ ਹੋਣ ਡੇ ਸੀ, ਤੇ ਮੈਂ ਕਿਹਾ ਮੈਂ ਵੀ ਹੋ ਜਾਣਾ ਵਾ। ਤੇ ਉਹ ਹਿਸਾਬ ਤੁਹਾਡਾ ਸਾਰੇ ਹੀ ਆ ਰਹੇ, ਤੁਸੀਂ ਵੀ ਤਬਲਾ ਸਰੰਗੀ ਚੁੱਕਿਆ ਤੇ ਟੁਰ ਪਏ। ਅੱਛਾ, ਤੇ ਇੱਥੇ ਆ ਕੇ ਹੁਣ ਜਰਮਨੀ 'ਚ ਤੇ ਲੰਮੇ ਅਰਸੇ ਤੋਂ ਰਹਿ ਰਹੇ ਜੇ? ਫਿਰ ਉਹ ਇਸ ਤਰ੍ਹਾਂ ਹੋਇਆ ਕਿ ਫਿਰ ਮੈਂ ਜਰਮਨੀ ਦਾ ਖਿਆਲ ਛੱਡਤਾ ਤੇ ਮੈਂ ਅਰਬ ਮੁਲਕਾਂ ਚਲਾ ਗਿਆ। 10 ਸਾਲ ਮੈਂ ਫਿਰ ਬਹਿਰੇਨ ਰਿਹਾ ਤੇ ਉੱਥੇ ਇੱਕ ਫਰਮਾਂ ਵਿੱਚ ਅਕਾਊਂਟਸ ਕੰਮ ਕੀਤਾ। ਉਸ ਤੋਂ ਬਾਅਦ ਫਿਰ ਉਸ ਕੰਮ ਖਤਮ ਹੋ ਗਿਆ ਤੇ ਫਿਰ ਮੈਂ ਪਾਕਿਸਤਾਨ ਚਲਾ ਗਿਆ। ਠੀਕ। ਪਾਕਿਸਤਾਨ ਵਿੱਚ ਫਿਰ ਮੇਰਾ ਭਾਈ ਸੀ ਉੱਥੇ ਮਸਕਤ ਓਮਾਨ, ਉਹਨੇ ਮੈਨੂੰ ਵੀਜ਼ਾ ਭੇਜਿਆ, ਮੈਂ ਉੱਥੇ ਚਲਾ ਗਿਆ ਓਮਾਨ। ਠੀਕ। ਮਸਕਤ 7 ਸਾਲ ਮੈਂ ਉੱਥੇ ਫਿਰ ਕੰਮ ਕੀਤਾ। ਸਹੀ। ਉੱਥੋਂ ਫਿਰ ਜਰਮਨੀ ਦਿਮਾਗ ਚੋਂ ਨਿਕਲਿਆ ਨਹੀਂ ਸੀ। ਉੱਥੋਂ ਫਿਰ ਜਰਮਨੀ ਮੈਂ ਜਲਸੇ ਤੇ ਆਇਆ 1999 ਵਿੱਚ। ਅੱਛਾ। ਤੇ ਹਜ਼ੂਰ ਰਹਿਮਤੁਲਾਹ ਨਾਲ ਮੁਲਾਕਾਤ ਹੋਈ ਇੱਕ ਵਾਰ ਰਾਬੇ ਨਾਲ ਮਸਜਿਦ ਨੂਰ ਦੇ ਵਿੱਚ ਜੀ। ਮੈਂ ਅਰਜ਼ ਕੀਤੀ ਹਜ਼ੂਰ ਮੇਰਾ ਦਿਲ ਕਰਦਾ ਮੈਂ ਜਮਾਤ ਦਾ ਕੰਮ ਸ਼ੁਰੂ ਕਰਾਂ। ਜੀ ਜੀ। ਤੇ ਹਜ਼ੂਰ ਫਰਮਾਨ ਲੱਗੇ जर्मनी में आ जाओ, इनको जरूरत भी है।
ਤੇ ਮੈਂ ਫਿਰ ਵਾਪਸ ਗਿਆ 1990 ਚ, ਫਿਰ ਮੈਂ ਇੱਧਰ ਆ ਗਿਆ, ਉੱਥੇ ਰਿਜ਼ਾਈਨ ਕਰ ਆਇਆ। ਅੱਛੀ ਵਾਲੀ ਜੌਬ ਸੀ, ਅੱਛਾ ਕੰਪਨੀ ਦੀ ਗੱਡੀ, ਕੰਪਨੀ ਦਾ ਮਕਾਨ, ਬੱਚਿਆਂ ਨਾਲ ਰਹਿ ਰਿਹਾ ਸੀ, ਤੇ ਕ੍ਰੈਡਿਟ ਕੰਟਰੋਲਰ ਦੀ ਜੌਬ ਸੀ ਮੇਰੀ। ਮਾਸ਼ਾਅੱਲਾ। ਲੇਕਿਨ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਨਾ ਜਾ, ਤੇ ਫਿਰ ਮੈਂ ਜਰਮਨੀ 'ਚ ਹੀ ਖਿਆਲ ਆਉਂਦਾ ਸੀ ਕਿ ਹਜ਼ੂਰ ਨੇ ਫਰਮਾਇਆ ਆ ਜਾਓ ਜਰਮਨੀ। ਫਿਰ ਫਿਰ ਕੈਸਾ ਮੈਂ ਰਿਹਾ ਰਿਜ਼ਾਈਨ ਜर्मनी ਕਰਕੇ आके? ਜੀ फिर जर्मनी आके सेट हो गए? ਜਰਮਨੀ ਆ ਕੇ ਤੇ ਫਿਰ ਉਹੀ ਸਿਸਟਮ ਹੋਇਆ ਤੇ ਸੈੱਟ ਹੋ ਕੇ ਫਿਰ ਮੈਂ 10 ਸਾਲ ਇੱਥੇ ਨੌਕਰੀ ਕੀਤੀ ਆ ਕੇ, ਇਹਦੇ 'ਚ ਸਿਕਿਉਰਿਟੀ ਗਾਰਡ ਵਿਦ ਪਿਸਟਲ, अच्छा, ਇੱਥੇ ਜਿਹੜਾ ਅਮਰੀਕਨ ਕੌਂਸੂਲੇਟ ਵਿੱਚ। कभी पिस्टल चलाने का मौका भी मिला कि ਉਹ सिर्फ नाल ही लाई रखिया? ਜੀ कभी मैं क्या पिस्टल चलाने का मौका भी मिला? ਹਾਂ ਮੌਕਾ ਮਿਲਿਆ ਉਸੇ ਵੇਲੇ ਤੇ ਇਹ ਬੜਾ ਵਾਕਿਆ, ਹੰਸਣੇ ਵਾਲਾ ਵਾਕਿਆ ਹੈ। अच्छा, की सुना ਹਾਂ के जरा। ਉਹ ਇੱਕ ਅਹਿਮਦੀ ਦੋਸਤ ਮੈਂ ਰੱਖਿਆ ਉੱਥੇ ਨਾਲ ਨਾ ਆਪਣੇ, ਦੋਰੇ ਤੋਂ ਉਹਦੀ ਉਸ ਦਿਨ ਡਿਊਟੀ ਲੱਗੀ ਰਿਲੀਵ ਦੇਣੇ ਦੀ, ਪੋਸਟਾਂ ਤੇ ਜਾ ਕੇ ਤੇ ਰਿਲੀਵ ਦਿਓ। अच्छा, ਸੁਪਰਵਾਈਜ਼ਰ ਨੇ ਕਿਧਰੇ ਜਾਣਾ ਸੀ, ਜਿਹੜਾ ਪੋਜ਼ੇ ਕਰਾਂਦਾ ਸੀ, ਤੇ ਉਹਦੀ ਨੌਕਰੀ ਉਹਨੇ ਮਤਲਬ ਇਹ ਡਿਊਟੀ ਦਿੱਤੀ। ਜਿਹੜੇ ਮੇਰੇ ਕੋਲ ਪੋਸਟ ਤੇ ਆਇਆ ਤੇ ਉਹ ਕਹਿਣ ਲੱਗਾ ਬਸ਼ੀਰ ਖਾਨ ਸਾਹਿਬ, ਮੈਂ ਸਾਰੀਆਂ ਪੋਸਟਾਂ ਭੁਗਤਾ ਆਇਆ ਤੇ ਤੁਸੀਂ ਜਿਤਨਾ ਮਰਜ਼ੀ ਲੰਬਾ ਪੋਜ਼ੇ ਕਰ ਲਓ। ਮੈਂ ਕਿਹਾ ਕੋਈ ਪਰਦੇ ਲੰਬਾ ਨਹੀਂ ਕਰਨਾ, ਅੱਧੇ ਘੰਟੇ ਦਾ ਪੋਜ਼ ਹੈ, ਮੈਂ ਕਰ ਲੈਣਾ ਯਾਰ, ਥੋੜਾ ਜਿਹਾ ਖਾਣਾ ਹੁੰਦਾ। अच्छा पौजे इतने ब्रेक ਨੂੰ ਕਹਿੰਦੇ ਨੇ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਚੈਨਲ ਜਾ ਰਹੇ ਆ, ਬ੍ਰੇਕ ਜਦੋਂ ਉਹਨੂੰ ਕਹਿੰਦੇ ਨੇ ਜਰਮਨ ਜ਼ਬਾਨ ਚ ਪੌਜ਼ੇ। ਅੱਛਾ ਅੱਗੇ ਚਲੋ। ਅੱਛਾ, ਉਹ ਫਿਰ ਗੋਲੀ ਚੱਲ ਗਈ, ਉਹ 4 ਦਿਨ ਉਹਦੇ ਕੋਲ ਗੋਲੀ ਚੱਲ ਗਈ। अच्छा, ਤੇ ਸਾਰੇ ਰੌਲਾ ਪੈ ਗਿਆ ਭਾਈ ਗੋਲੀ ਹੋ ਗਈ। ਉਹ ਤੇ ਫਿਰ ਸਿਕਿਉਰਿਟੀ ਅਫਸਰ ਨੇ ਆਇਆ ਉੱਥੋਂ ਕੌਂਸੂਲੇਟ ਚ ਸਾਰਾ, ਕਿ ਉਹ ਗੋਲੀ ਉਹਨੇ ਚਾਰਜ ਨਾ, ਉਹਨੇ ਗਲਤੀ ਕੀਤੀ। ਉਹਨੇ ਪਹਿਲਾਂ ਗੋਲੀ ਉਹਨੇ ਟੈਸਟ ਕਰੀ ਦੀ ਹੈ ਕਿ ਅੰਦਰ ਹੈ ਕਿ ਨਹੀਂ ਪਿਸਟਲ ਦੇ, ਉਹਨੇ ਪਹਿਲਾਂ ਮੈਗਜ਼ੀਨ ਪਾ ਕੇ ਗੱਲਾਂ ਪੈਕ ਕਰਦਾ ਸੀ ਮੇਰੇ ਨਾਲ, ਤੇ ਫਾਇਰ ਕਰ ਦਿੱਤਾ। ਬਚ ਬਚਾ ਹੋ ਗਿਆ। ਉਹ ਇੱਕ ਰੇਤ ਦੀ ਬਾਲਟੀ ਦਿੱਤੀ, ਉਹਦਾ ਜੀ ਟੈਸਟ ਕਰੀਦਾ ਕਿ ਹੈ ਕਿ ਗੋਲੀ ਕਿ ਨਹੀਂ। ਉਹਨੇ ਰੇਤ ਵਾਲੀ ਭੁੱਲ ਹੀ ਗਿਆ, ਤਾਂ ਪੇਪਰ ਬਾਸਕਟ ਸੀ ਉਹਦੇ 'ਚ ਗੋਲੀ ਮਾਰੀ। ਗੋਲੀ ਪੇਪਰ ਬਾਸਕਟ ਨੂੰ ਫਾੜ ਕੇ ਤੇ ਉਹਦੇ 'ਚ ਕੰਧ ਵੀ ਜਾ ਵੱਜੀ ਸੀ, ਦੋਏ ਬਚ ਗਏ। ਬਹਰਹਾਲ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਬਿਆਨ ਦਿਓ, ਬਿਆਨ ਸ਼ਿਆਨ ਲੈ ਕੇ ਤੇ ਉਹਨੂੰ ਤੇ ਫਰਕ ਕਰਤਾ, ਮੈਨੂੰ ਕਿਹਾ ਤੂੰ ਸ਼ਾਮਾਂ ਤੱਕ ਨੌਕਰੀ ਕਰ। ਅੱਛਾ, ਉਹ ਫਿਰ ਨੌਕਰੀ ਕੀਤੀ ਸ਼ਾਮਾਂ ਤੱਕ, ਤੇ ਫਿਰ ਬਾਅਦ ਚ ਅਮਰੀਕਾ ਤੋਂ ਜਵਾਬ ਆਇਆ, ਉਹਨਾਂ ਭੇਜਿਆ ਸਾਡੀਆਂ ਬਿਆਨ, ਤੇ ਉਹਨੂੰ ਆਇਆ ਕਿ ਇਹ ਉਹ ਜਿਹਨੇ ਗੋਲੀ ਚਲਾਈ ਉਹਨੂੰ ਤਾਂ ਫਰਕ ਕਰ ਦਿਓ, ਤੇ ਜਿਹੜਾ ਬਸ਼ੀਰ ਖਾਨ ਦਾ ਉਹ ਬਗੈਰ ਅਸਲੇ ਤੋਂ ਕੰਮ ਕਰ ਸਕਦਾ। ਉਹ ਫਿਰ ਉਹ ਬਗੈਰ ਅਸਲੇ ਤੋਂ ਬਾਹਰ ਦੀ ਨੌਕਰੀ ਸੀ, ਉੱਥੇ ਮੈਂ ਅਸਲੇ ਨਾਲ ਅੰਦਰ ਬੈਠਾ ਸਾਂ ਦਫ਼ਤਰ ਦੇ ਵਿੱਚ, ਉੱਥੋਂ ਬੰਦੇ ਆਉਂਦੇ ਸਨ ਦਫ਼ਤਰ ਵਿੱਚ। ਉਹ ਫਿਰ ਬਾਹਰ ਮੇਰੇ ਕੋਲ ਨਾ ਹੋ ਸਕੀ ਨਾ, ਸਰਦੀਆਂ ਵਿੱਚ ਬੜਾ ਪ੍ਰੋਬਲਮ ਸੀ, ਫਿਰ ਮੈਂ ਰਿਜ਼ਾਈਨ ਉੱਥੇ ਕਰ ਦਿੱਤਾ। ਚੰਗਾ ਕੀਤਾ, ਉਮਰ ਵੀ ਜ਼ਿਆਦਾ ਹੋ ਗਈ, 67 ਉਮਰ ਹੋ ਗਈ। ਨਹੀਂ ਅੱਛਾ ਕੀਤਾ, 10 ਸਾਲ ਬੜੀ। ਤੇ ਉਹਦੇ ਬਾਅਦ ਕੀ ਕੀਤਾ ਫਿਰ ਬਾਕੀ ਜ਼ਿੰਦਗੀ ਜਿਹੜੀ 67 ਸਾਲ ਬਾਅਦ? ਬਸ ਉਹ ਜਮਾਤ ਜਿਹੜਾ ਸਾਹਿਬ ਨੇ ਕਿਹਾ ਸੀ ਕਿ ਜਰਮਨੀ ਆ ਜਾਓ, ਫਿਰ ਜਰਮਨੀ ਮੈਂ ਸ਼ੁਰੂ ਤੋਂ 90 ਵਿੱਚ ਜਦੋਂ ਆਇਆ, ਤੇ 90 ਤੋਂ ਮੈਂ ਕੰਮ ਸ਼ੁਰੂ ਕਰ ਦਿੱਤਾ। ਪਿਛਲੇ ਪੈਰ ਮੈਂ ਉੱਥੇ ਜਮਾਤ ਜਾਂਦਾ ਸਾਂ, ਮਿਟਲਬੈਗ ਪਹਿਲਾਂ, ਫਿਰ ਬੈਤਸਬੂ ਜਾਂਦਾ ਸਾਂ। ਤੇ ਮੈਂ 25 ਸਾਲ ਬੜਾ ਲੰਬਾ ਅਰਸਾ ਹੈ, 25 ਸਾਲ ਮੈਂ ਨੈਸ਼ਨਲ ਅਮੀਨ ਰਿਹਾ, ਕੈਸ਼ੀਅਰ ਜਿਹੜਾ ਹੁੰਦਾ ਹੈ ਜਮਾਤ ਦਾ, ਸਾਰੀ ਜਰਮਨੀ ਦਾ। ਮਜ਼ਾ ਆਇਆ ਖਿਦਮਤ ਕਰਨ ਦਾ? ਮਜ਼ਾ ਆਇਆ ਬੜਾ ਖਿਦਮਤ ਕਰਨ ਦਾ। ਅੱਲਾਹ ਤਾਲਾ ਨੇ ਨਵਾਜ਼ਿਆ ਵੀ ਬੜਾ, ਸਿਹਤ ਨਾਲ ਬੜਾ ਨਵਾਜ਼ਿਆ, ਬੜੀ ਅੱਛੀ ਸਿਹਤ ਰਹੀ ਹੈ। ਤੇ ਬੱਚੇ ਸਾਰੇ ਅੱਲਾਹ ਤਾਲਾ ਨੇ ਫਜ਼ਲ ਨਾਲ ਠੀਕ ਠਾਕ ਰਹੇ। ਤੇ ਇਹ ਆਪਣੇ ਬੱਚੇ ਵੀ ਫਿਰ ਆ ਗਏ ਸਨ, ਹੋਰ ਵੀ ਬੇਟੇ ਵੀ ਆ ਗਏ, 2 ਬੇਟੇ ਇੱਥੇ। ਉਸ ਤੋਂ ਬਾਅਦ ਇੱਕ ਬੇਟੀ ਵੀ ਇੱਥੇ, ਸਾਰੇ ਸੈੱਟ ਹੋ ਗਏ, ਇੱਕ ਖਾਨਦਾਨ ਬਣ ਗਿਆ। ਲੇਕਿਨ ਸਾਰਿਆਂ ਨੂੰ ਖਿਦਮਤ ਦਾ ਸ਼ੌਕ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ ਖਿਦਮਤ ਕਰ ਰਹੇ ਜਮਾਤ ਦੀ ਵੀ। ਤੇ ਮੈਂ ਤੇ ਫਿਰ ਹੁਣ ਉਮਰ ਦੀ ਜ਼ਿਆਦਾ ਵਜ੍ਹਾ ਨਾਲ, ਕਿਉਂਕਿ ਜ਼ਿੰਮੇਵਾਰੀ ਵਾਲਾ ਕੰਮ ਸੀ, ਬੜੇ ਕੈਸ਼ੀਅਰ ਵਾਲਾ, ਤੇ ਫਿਰ ਮੈਂ ਉਹ ਕੈਸ਼ੀਅਰ ਦੀ ਰਿਜ਼ਾਈਨ ਕਰ ਦਿੱਤਾ, ਮਾਜ਼ਰਤ। ਤੇ ਮੈਂ ਹੁਣ ਇੰਸਪੈਕਟਰ ਬੈਤੁਲ ਮਾਲ ਕਰ ਰਿਹਾ ਇਹ ਵੀ। ਤੇ ਤੁਸੀਂ ਉੱਤੇ ਉਮਰ ਕਿੰਨੀ ਹੋ ਗਈ? ਬਾਰ-ਬਾਰ ਉਮਰ ਦਾ ਤੁਸੀਂ ਕਹਿ ਰਹੇ ਜੇ, ਗੱਲਬਾਤ ਤੇ ਇੰਜ ਲੱਗਦਾ ਪਿਆ ਜੰਜ ਹਾਲੇ ਫਿੱਟ ਫਾਟ ਜੇ ਮਾਸ਼ਾਅੱਲਾ। ਉਮਰ ਮੇਰੀ ਹੋ ਗਈ ਹੈ 83 ਸਾਲ ਵੀ ਸ਼ਾਮਲ ਹੋ ਗਿਆ ਮਾਸ਼ਾਅੱਲਾ। ਤੇ ਕੋਈ ਵਾਕ ਸ਼ੌਕ ਕਰਦੇ ਜੇ, ਕੋਈ ਆਪਣੇ ਆਪ ਨੂੰ ਫਿੱਟ ਰੱਖਣ ਲਈ ਕੀ ਕਰਦੇ ਜੇ?
WhatsApp पे ही मैं तो ज्यादा कहना कि जमाती काम ਦੇ ਵਿੱਚ ਮੁਸਤੈਦ ਰਿਹਾ ਬਿਲਕੁਲ। ਨਹੀਂ ਔਰ ਸਿਹਤ ਜਾਣਾ ਸੈੱਟ ਰੱਖਣ ਲਈ, ਆਉਣਾ ਸਿਹਤ ਸੈੱਟ ਰੱਖਣ ਲਈ ਕੋਈ ਆਪਣਾ ਪੈਦਲ ਚੱਲਦੇ ਚੁਲਦੇ ਜੇ? ਵਰਦਿਸ਼ ਹੀ ਹੈ, ਜਰਾ ਬਾਹਰ ਜਰਾ ਚੱਕਰ ਲਾ ਲਏ ਤੇ ਇੱਕ ਸਿਰਪ ਮੈਨੂੰ ਡਾਕਟਰ ਨੇ ਦੱਸਿਆ ਸੀ ਕਿ ਉਹ ਸਿਰਪ ਜਿਹੜਾ ਉਹ ਨਾ ਛੱਡੀ, ਉਹ ਸਿਰਪ ਜਿਹੜਾ ਉਹ ਮੈਂ ਨਹੀਂ ਛੱਡਿਆ, 10 ਸਾਲ ਹੋ ਗਏ, 12 ਸਾਲ। ਉਹ ਸਾਰੀਆਂ ਮਤਲਬ ਨਰਵਸ ਬੜੇ ਠੀਕ ਰੱਖਦਾ ਹੈ। ਫਿੱਟ ਇਹ ਜੇ? ਤਾਂ ਬੱਚਿਆਂ ਵਾਲੇ ਤੇ ਵੱਡਿਆਂ ਵਾਲਾ ਵੀ ਹੈ। ਉਹ ਕਈਆਂ ਦੋਸਤ ਉਹਨਾਂ ਨੂੰ ਮੈਂ ਦੱਸਿਆ ਤੇ ਉਹ ਸਿਹਤਮੰਦ ਹੀ ਰਹਿੰਦਾ ਉਹਦੇ ਨਾਲ ਨਾ, ਸਿਰਪ ਨਾਲ ਬੰਦਾ। ਵੈਸੇ ਅੱਲਾਹ ਤਾਲਾ ਦਾ ਫਜ਼ਲ ਹੈ। ਕੀ ਨਾਮ ਤੇ ਉਹ ਸਿਹਤ ਸੀਰਪ ਹੈ। ਦਾ? ਸੀਰਪ ਦਾ ਨਾਮ ਵੀ ਦੱਸ ਦਿਓ, ਸ਼ਾਇਦ ਕੋਈ ਹੋਰ ਵੀ ਸਿਹਤਮੰਦ ਰਹਿ ਲਵੇ। ਸਿਰਪ ਦਾ ਨਾਂ ਹੈ ਸੈਂਸੋਸਟਲ ਮਲਟੀਵਿਟਾਮਿਨ। ਅੱਛਾ, ਸਹੀ। ਇਹਦਾ ਮਤਲਬ ਤੁਹਾਨੂੰ ਵਿਟਾਮਿਨ ਚਾਹੀਦੇ ਨੇ ਤੇ ਤੁਸੀਂ ਫਿੱਟ ਜੇ। ਇਹ ਤੂੰ ਰੋਸਮੈਂਟ ਤੋਂ ਲੱਭ ਜਾਂਦੀ ਹੈ, ਕਫਲੈਂਡ ਤੋਂ ਲੱਭ ਜਾਂਦੀ ਹੈ, ਕਫਲੈਂਡ ਤੋਂ ਹੀ। ਅੱਛਾ ਤੇ ਇਹ ਜਿਹੜੀ ਹੈ ਅੱਛਾ ਸਿਰਪ ਹੈ। ਕਈਆਂ ਦੋਸਤਾਂ ਨੂੰ ਮੈਂ ਦੱਸਿਆ ਤੇ ਸਭਾਂ ਨੇ ਕਿਹਾ ਕਿ ਅੱਛਾ ਬਹੁਤ, ਜੀ। ਅਗਰ ਇਹ ਇਸਤੇਮਾਲ ਕੀਤਾ ਜਾਏ ਤਾਂ ਬਹੁਤ ਅੱਛਾ ਹੈ। ਹੋਰ ਕੋਈ ਪੈਗਾਮ ਸਾਰੀਆਂ ਦੇਣਾ ਚਾਹੋ ਸਾਡੇ ਨਾਜ਼ਰੀਨ ਨੂੰ ਸਿਰਪ ਤੋਂ ਇਲਾਵਾ? पैगाम यही है कि इनके दोस्तों वास्ते पैगाम यही है कि जमात बड़ी प्यारी जमात तुहानू मिली है ते बड़ा प्यारा खलीफा है ते जमात नाल अपना खिदमत जब तक जिंदगी है करते रहो। ਜੀ ਜੀ। और ਜਿਹੜੇ ਗੈਰ ਜਮਾਤ ਲੋਕ ਉਹਨਾਂ ਨੂੰ ਪੈगाम ਇਹ ਹੈ ਕਿ आसमान ਤੋਂ ਤੇ ਕੋਈ ਨਹੀਂ ਆਉਣਾ। ਮਸੀਹ ਮੌਦ अलैहिस्सलाम ने फरमाया कोई आसमान से नहीं आएगा ईसा अलैहिस्सलाम, तो वो कोशिश करने से जमात दाखिल हो जान। ਅੱਛਾ, ਇਹ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ। ਤੁਸੀਂ ਈਸਾ ਅਲੈਹਿਸਲਾਮ ਦਾ ਜ਼ਿਕਰ ਕੀਤਾ, ਇਹ ਜੀ। ਲੋਕਾਂ ਦੀ ਫਿਰਕੀ ਉੱਥੇ ਕਿਉਂ ਅੜੀ ਦੀ ਹੈ ਕਿ ਈਸਾ ਅਲੈਹਿਸਲਾਮ ਨੇ ਆਸਮਾਨ ਤੋਂ ਆਣਾ? ਵੈਸੇ ਹੀ ਜ਼ਰਾ ਮੁਖਤਸਰ ਦੱਸੋਗੇ? बस वो ये शुरू तो आ रहा है और अकीदा एक आ रहा है तो ਉਹਨੂੰ ਫਾਲੋ ਕਰਦੇ ਨੇ। ਤੇ ਈਸਾਈ ਵੀ ਇੱਥੇ ਕਹਿੰਦੇ ਨੇ ਹਿਮਲ ਫਾਟ ਉਹ ਵੀ ਛੁੱਟੀ ਮਨਾਉਂਦੇ ਨੇ। ਲੇਕਿਨ ਆਪਣਾ ਸਰ ਗੁਜ਼ਾਰਿਸ਼ ਇਹ ਹੈ ਕਿ ਅੱਜ ਇਹ ਦੌਰ ਮੰਨਣ ਵਾਲਾ ਚੀਜ਼ਾਂ ਹੈਗੀਆਂ ਕਿ ਕੋਈ ਆਸਮਾਨ ਤੇ ਵੀ ਬੈਠਾ ਦਾ ਜਾ ਕੇ ਦੁਨੀਆ 'ਚੋਂ? ਨਹੀਂ ਉਹ ਤੇ ਬੰਦਾ ਖੁਦ ਵੀ ਜਦੋਂ ਸਾਰੀ ਦੁਨੀਆ ਫੌਤ ਹੋ ਗਈ, ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਵੀ ਵਫਾਤ ਹੋਈ, ਤੇ ਹਜ਼ਰਤ ਈਸਾ ਅਲੈਹਿਸਲਾਮ ਨੇ ਉੱਤੇ ਕੀ ਬੈਠ ਕੇ ਕਰਨਾ ਸੀ ਆਸਮਾਨ ਤੇ ਹੁਣ ਤੱਕ? ਉਹਦੇ ਵਿੱਚ ਸ਼ੇਰ ਵੀ ਇੱਕ ਹੈ ਉਹਦਾ, ਕਹਿੰਦੇ ਨਾ हैरत की जा है ईसा जिंदा हो आसमान पर, मदफून हूँ ज़मीन में शायद दो जहान हमारा। इस्लाम ने तो जो अपना मतलब सारा पैगाम दे देता है, लेकिन ਜਿਹੜੀ ਸਹੀ ਰੂਹ ਉਹਨੂੰ ਆ ਜਾਂਦੀ ਹੈ ਤੇ ਬਾਕੀ ਕੋਸ਼ਿਸ਼ ਕਰਨ ਤਾਂ ਅੱਲਾਹ ਤਾਲਾ ਫਜ਼ਲ ਕਰੇ। ਇਹ ਹੁਣ ਇੱਥੇ ਜਿੱਥੇ ਰਹਿਣ ਦੇ ਜੀ, ਇੱਥੇ ਵੀ ਠੀਕ ਠਾਕ ਆ? ਕਦੀ ਕਿਸੇ ਨੇ ਨਮਾਜ਼ ਕੁਰਾਨ ਤੋਂ ਰੋਕਿਆ ਇੱਥੇ ਰੌਨਹਾਈਮ 'ਚ, ਜਰਮਨੀ 'ਚ ਵੀ? ਨਹੀਂ ਇੱਥੇ ਕੋਈ ਨਹੀਂ ਰੋਕਿਆ। ਤੇ ਉਹ ਜਮਾਤੀ ਹੈ ਨਾ ਪਾਬੰਦੀਆਂ ਤੇ ਬਾਕੀ ਜਾ ਕੇ ਉਹ ਫਾਸਲਾ ਡਿਸਟੈਂਸ ਰੱਖੋ ਆਪਣਾ। ਅੱਛਾ, ਉਹ ਤਾਂ ਕਰੋਨਾ ਵਾਇਰਸ ਦੀ ਵਜ੍ਹਾ ਤੋਂ। ਵੈਸੇ ਮੈਂ ਇਬਾਦਤ ਦੀ ਗੱਲ ਕਰ ਰਿਹਾ ਕਿ ਕਦੀ ਰੋਕਿਆ? 1970 ਦੇ ਤੁਸੀਂ ਇੱਥੇ ਰਹਿ ਰਹੇ ਜੇ ਤੇ? ਹਾਂ ਨਹੀਂ, ਪਹਿਲਾਂ ਕਿਸੇ ਨੇ ਰਿਹਾ ਕਰੋਨਾ ਦੀ ਵਜ੍ਹਾ ਨਾਲ ਤਾਂ ਹੋਇਆ। ਪਹਿਲਾਂ ਤਾਂ ਵੈਸੇ ਦੇ ਮਜ਼ਹਬੀ ਆਜ਼ਾਦੀ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ ਜਮਾਤ ਨੇ ਕਾਫੀ। ਚਲੋ ਬਹੁਤ ਮਿਹਰਬਾਨੀ, ਸ਼ੁਕਰੀਆ। ਤੁਹਾਡੇ ਨਾਲ ਗੱਪਸ਼ਪ ਹੋਈ। ਨਾਜ਼ਰੀਨ ਬੜੇ ਹੀ ਪਿਆਰੇ ਦੋਸਤ ਸੀ ਸਾਡੇ, ਤੇ ਅੱਜ ਬਾਹਰ ਦਾ ਮੌਸਮ ਬੜਾ ਅੱਛਾ ਸੀ। ਮੈਂ ਕਿਹਾ ਬਾਹਰ ਬੈਠ ਕੇ ਇਹਨਾਂ ਨਾਲ ਗੱਪਸ਼ਪ ਲਾਣਾ, ਤੇ ਬਹੁਤ ਸ਼ੁਕਰੀਆ। ਤੁਹਾਡੇ ਨਾਲ ਰਾਬਤਾ ਰਹੇਗਾ ਇਨਸ਼ਾਅੱਲਾ। ਇਨਸ਼ਾਅੱਲਾ ਤਾਲਾ। ਨਾਈਨ ਬ੍ਰਦਰਸ ਟੀਵੀ ਨੂੰ ਸਬਸਕ੍ਰਾਈਬ ਕਰੋ। ਆਪਣਾ ਖਿਆਲ ਰੱਖੋ। ਮਿਲਾਂਗੇ ਅਗਲੇ ਮਹਿਮਾਨ ਦੇ ਨਾਲ। ਅੱਲਾਹ ਹਾਫਿਜ਼। ਓਕੇ ਜੀ, ਅੱਲਾਹ ਹਾਫਿਜ਼। ਅੱਲਾਹ ਹਾਫਿਜ਼।